हेलो स्टूडेंट्स, मेरी आज की पोएम रहेगी वेयर द माइंड इज़ विदाउट फियर बाय रविंद्रनाथ टैगोर। वेरी इंपॉर्टेंट पोएम फ्रॉम एग्जाम पॉइंट ऑफ व्यू। ਤਾਂ ਇਹ ਪੋਇਮ 6th ਪੋਇਮ ਹੈ ਬੇਟਾ, ਤੇ 6 to 10th ਪੋਇਮ ਦੇ ਵਿੱਚ ਤੁਹਾਨੂੰ ਇੱਕ ਲੌਂਗ ਆਨਸਰ ਆਉਣਾ ਹੈ, ਦੋ ਆਉਣਗੇ, ਇੱਕ ਕਰਨਾ ਹੋਏਗਾ। ਤਾਂ ਨਾਲ ਦੀ ਨਾਲ ਹੀ ਰੈਫਰੈਂਸ ਟੂ ਕੰਟੈਕਸਟ ਐਂਡ ਐਕਸਪਲੇਨੇਸ਼ਨ ਆਉਣੀ ਹੈ। ਤਾਂ ਇਹ ਪੋਇਮ ਡੈਫੀਨੇਟਲੀ ਕਿਤੇ ਨਾ ਕਿਤੇ ਤੁਹਾਨੂੰ ਮਿਲੇਗੀ, ਚਾਹੇ ਆਨਸਰ ਦੇ ਵਿੱਚ ਚਾਹੇ ਐਕਸਪਲੇਨੇਸ਼ਨ ਦੇ ਵਿੱਚ। ਤਾਂ ਪਲੀਜ਼ ਧਿਆਨ ਨਾਲ ਕਰ ਲਓ ਬੇਟਾ। ਤਾਂ ਸਭ ਤੋਂ ਪਹਿਲਾਂ ਅਸੀਂ ਜੋ ਪੋਇਟ ਬਾਰੇ ਕੁਝ ਵਰਡਿੰਗ ਕਰਾਂਗੇ। ਰਵਿੰਦਰਨਾਥ ਟੈਗੋਰ, ਦੇਖੋ ਮੇਨ ਵਰਡਸ ਵੈਸੇ ਮੈਂ ਪਹਿਲਾਂ ਹੀ ਅੰਡਰਲਾਈਨ ਕੀਤੇ ਹੋਏ ਹੈ, ਜਿਸ ਤਰ੍ਹਾਂ ਕਿ ਹੀ ਸਭ ਤੋਂ ਪਹਿਲਾਂ ਤਾਂ ਉਹ ਇੰਡੀਅਨ ਪੋਇਟ ਹੈ ਨਾ ਜੀ। ਤਾਂ ਹੀ ਵਾਜ਼ ਅ ਪੋਇਟ, ਡਰਾਮੇਟਿਸਟ, ਸ਼ੋਰਟ ਸਟੋਰੀ ਰਾਈਟਰ, ਨੋਵਲਿਸਟ। ਠੀਕ ਹੈ, ਹੀ ਇਜ਼ ਫਿਲੋਸਫਰ ਐਜ਼ ਵੈਲ ਐਜ਼ ਨੇਸ਼ਨ ਬਿਲਡਰ। ਤਾਂ ਮੇਨ ਉਹਨਾਂ ਦੀ ਰਾਈਟਿੰਗ ਹੈ ਗੀਤਾਂਜਲੀ ਐਂਡ ਅ ਗਾਰਡਨਰ। ਠੀਕ ਹੈ, ਇਹ ਤੁਸੀਂ ਮੇਨ ਲਿਖਣੀ ਹੈ। ਉਸ ਤੋਂ ਬਾਅਦ ਮੇਨ ਉਹਨਾਂ ਬਾਰੇ ਲਿਖਣਾ ਹੈ ਕਿ ਹੀ ਹੈਜ਼ ਰਿਟਨ penned the anthems of national anthem of two countries, Jan Gan Man, the national anthem of India, and Amar Shoner Bangla, national anthem of Bangladesh। clear। ਤਾਂ ਹੁਣ ਉਸ ਤੋਂ ਬਾਅਦ ਮੇਨ ਗੱਲ ਹੈ ਕਿ where the mind is without fear ਪੋਇਮ ਕਿੱਥੋਂ ਲਿੱਤੀ ਗਈ ਹੈ। ਦਿਸ ਇਜ਼ ਦ 35th ਪੋਇਮ ਆਫ ਗੀਤਾਂਜਲੀ। ਤੁਸੀਂ ਮੇਨ ਲਿਖਣੀ ਹੈ। ਤਾਂ ਨੈਕਸਟ ਇਹਦੇ 'ਚ ਮੇਨ ਪੁਆਇੰਟ ਹੈ ਕਿ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ ਕਿਸ ਟਾਈਮ ਦੀ ਪੋਇਮ ਹੈ। ਇਟਸ ਪ੍ਰੀ ਇੰਡੀਪੈਂਡੈਂਸ ਪੋਇਮ, ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਦੀ ਪੋਇਮ ਹੈ। ਦੈਨ ਕਿਸ ਤਰ੍ਹਾਂ ਦਾ ਮੈਸੇਜ ਦੇ ਰਹੀ ਹੈ, ਯੂਨੀਵਰਸਲ ਮੈਸੇਜ ਦੇ ਰਹੀ ਹੈ। ਤਾਂ ਨੈਕਸਟ ਇਹਦੇ ਬਾਰੇ ਲਿਖੋਗੇ ਕਿ ਕਿਸ ਬਾਰੇ ਹੈ ਇਹ ਪੋਇਮ। ਇਟਸ ਇਨ ਦਾ ਫॉर्म ਆਫ ਪ੍ਰੇਅਰ ਫॉर ਹਿਜ਼ ਕੰਟਰੀਮੈਨ। ਰਵਿੰਦਰਨਾਥ ਟੈਗੋਰ ਜੀ ਨੇ ਇੱਕ ਪ੍ਰਾਰਥਨਾ ਕੀਤੀ ਹੈ, ਪ੍ਰੇਅਰ ਕੀਤੀ ਹੈ ਉਸ ਪਰਮਾਤਮਾ ਨੂੰ, ਗੋਡ ਨੂੰ। ਕਿਹਦੇ ਲਈ ਪ੍ਰੇਅਰ ਕੀਤੀ ਹੈ, ਆਪਣੇ ਦੇਸ਼ ਦੇ ਵਾਸੀਆਂ ਲਈ। ਲੈਟਸ ਸਟਾਰਟ। ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ ਐਂਡ ਦ ਹੈਡ ਇਜ਼ ਹੈਲਡ ਹਾਈ, ਵੇਅਰ ਨੌਲੇਜ ਇਜ਼ ਫ੍ਰੀ। ਤਾਂ ਕੀ ਕਹਿਣਾ ਚਾਹੁੰਦੇ ਰਵਿੰਦਰਨਾਥ ਜੀ ਕਿ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ, ਕਿ ਮੇਰਾ ਦੇਸ਼ ਕਿਸ ਤਰ੍ਹਾਂ ਦਾ ਹੋਵੇ। ਵੇਅਰ, ਜਿੱਥੇ ਲੋਕਾਂ ਦੇ ਦਿਮਾਗ ਵਿਦਾਊਟ ਫੀਅਰ, ਬਿਨਾਂ ਕਿਸੇ ਡਰ ਤੋਂ ਹੋਣ। ਐਂਡ ਹੈਡ ਇਜ਼ ਹੈਲਡ ਹਾਈ, ਅਤੇ ਉਹ ਹਮੇਸ਼ਾ ਉਹਨਾਂ ਦਾ ਸਿਰ ਉੱਚਾ ਚੁੱਕਿਆ ਰਵੇ। ਮੀਨਸ ਮਾਈ ਕੰਟਰੀ ਸ਼ੁੱਡ ਬੀ ਫ੍ਰੀ। ਠੀਕ ਹੈ, ਤਾਂ ਉਹਨਾਂ ਨੂੰ ਆਜ਼ਾਦੀ ਮਿਲੇ ਅਤੇ ਉਹ ਪੂਰੇ ਮਾਣ ਨਾਲ ਰਹਿਣ, ਆਜ਼ਾਦੀ ਨਾਲ ਰਹਿਣ। ਵੇਅਰ ਦ ਨੌਲੇਜ ਇਜ਼ ਫ੍ਰੀ ਮਤਲਬ ਜਿੱਥੇ ਐਜੂਕੇਸ਼ਨ ਬਹੁਤ ਜ਼ਿਆਦਾ ਵੰਡੀ ਜਾਵੇ, ਫ੍ਰੀ ਹੋਵੇ। ਠੀਕ ਹੈ, ਲੋਕ ਵੱਧ ਤੋਂ ਵੱਧ ਐਜੂਕੇਟਿਡ ਹੋਣ। ਨੈਕਸਟ, ਵੇਅਰ the world has not been broken up into fragments by narrow domestic walls, ਜਿੱਥੇ ਕਿ ਸੰਸਾਰ ਵੰਡਿਆ ਨਾ ਹੋਵੇ। ਫਰੈਗਮੈਂਟਸ ਮਤਲਬ ਟੋਟਿਆਂ ਦੇ ਵਿੱਚ। ਬਾਈ ਨੈਰੋ ਡੋਮੈਸਟਿਕ ਵਾਲਸ ਮਤਲਬ ਕਿ ਦੀਵਾਰਾਂ ਮਤਲਬ ਦੀਵਾਰਾਂ ਕਿਸ ਤਰ੍ਹਾਂ ਦੀਆਂ, ਦੀਵਾਰਾਂ ਕਾਹਦੀਆਂ, ਕਾਸਟ, ਕਲਰ, ਕ੍ਰੀਡ, ਉਹਦੇ ਬੇਸ ਸੈਕਸ, ਰੇਸਿਜ਼ਮ, ਇਹਨਾਂ ਕਿਸੇ ਦੇ ਬੇਸ 'ਤੇ ਵੀ ਲੋਕੀ ਆਪਸ ਦੇ ਵਿੱਚ ਵੰਡੇ ਨਾ ਹੋਣ। ਮਤਲਬ ਕੋਈ ਵੀ ਲੋਕਾਂ ਦੇ ਵਿੱਚ ਮਤਭੇਦ ਨਾ ਹੋਵੇ ਕਿਸੇ ਵੀ ਬੇਸ 'ਤੇ। ਵੇ ਵਰਡਸ ਕਮ ਆਊਟ ਫਰੋਮ ਦ ਡੈਪਥ ਆਫ ਟਰੁੱਥ, ਲੋਕ ਡੈਪਥ ਆਫ ਟਰੁੱਥ, ਉਹਨਾਂ ਦੇ ਅੰਦਰ ਸੱਚਾਈ ਹੋਵੇ, ਉਹ ਜੋ ਵੀ ਬੋਲਣ ਸੱਚ ਬੋਲਣ। ਕਲੀਅਰ, ਉਹਨਾਂ ਦੇ ਅੰਦਰ ਸੱਚਾਈ ਹੋਵੇ, ਉਹ ਜੋ ਵੀ ਬੋਲਣ ਸੱਚ ਬੋਲਣ। ਨੈਕਸਟ, where tiring stretches its arms towards perfection, means ਜਦੋਂ ਵੀ ਉਹਨਾਂ ਦੀਆਂ ਬਾਹਾਂ ਜੋ ਸਟਰੈਚ ਹੋਣ, ਟਾਇਰਲੈਸ ਸਟ੍ਰਾਈਵਿੰਗ ਤੋਂ ਹਮੇਸ਼ਾ ਅਣਥੱਕ ਮਿਹਨਤ ਕਰਨ। ਟੂਵਰਡਸ ਪਰਫੈਕਸ਼ਨ ਮਤਲਬ ਉਹ ਪਰਫੈਕਸ਼ਨ ਦੇ ਰਸਤੇ 'ਤੇ ਤੁਰਨ। ਵੇਅਰ ਦ ਕਲੀਅਰ ਸਟਰੀਮ ਆਫ ਰੀਜ਼ਨ ਹੈਜ਼ ਨੋਟ ਲੋਸਟ, ਮਤਲਬ ਉਹ ਹਮੇਸ਼ਾ ਲੌਜੀਕਲ ਕੰਮ ਕਰਨ। ਇਟਸ ਵੇ ਇਨਟੂ ਦ ਡ੍ਰੇਰੀ ਡੈਜ਼ਰਟ ਸੈਂਡ ਆਫ ਡੈਡ ਹੈਬਿਟਸ, ਅਤੇ ਉਹ ਆਪਣੀਆਂ ਡੈਡ ਹੈਬਿਟਸ ਮਤਲਬ ਆਪਣੇ ਜਿਹੜੇ ਪੁਰਾਣੇ ਵਿਚਾਰ ਹੈ, ਆਊਟਡੇਟਡ ਪ੍ਰੈਕਟਿਸਿਸ ਹੈ, ਉਹਨਾਂ ਨੂੰ ਛੱਡਣ। ਆਊਟਡੇਟਡ ਮਤਲਬ ਪੁਰਾਣੇ ਘਸੇ ਪਿਟੇ ਰੀਤੀ ਰਿਵਾਜ। ਵੇ ਦ ਮਾਈਂਡ ਇਜ਼ ਲੈਡ ਫੋਰਵਰਡ ਬਾਈ ਦੀ ਮਤਲਬ ਗੋਡ, ਪਰਮਾਤਮਾ, ਵੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ। ਐਵਰ ਵਾਈਡਨਿੰਗ ਥੋਟ ਐਂਡ ਐਕਸ਼ਨ, ਮਤਲਬ ਉਹਨਾਂ ਦਾ ਥੋਟ, ਉਹਦਾ ਐਕਸ਼ਨ ਹਮੇਸ਼ਾ ਬਹੁਤ ਵਿਸ਼ਾਲ ਅਤੇ ਬਹੁਤ ਵੱਡਾ ਰਹੇ। ਮੀਨਸ ਉਹ ਹਮੇਸ਼ਾ ਪ੍ਰੋਗਰੈਸ ਕਰਨ, ਉਹ ਹਮੇਸ਼ਾ ਅੱਗੇ ਵੱਧਦੇ ਰਹਿਣ। ਇਨਟੂ ਦੈਟ ਹੈਵਨ ਆਫ ਫਰੀਡਮ, ਤਾਂ ਉਹ ਕਿੱਥੇ ਪਹੁੰਚ ਜਾਣ, ਉਸ ਆਜ਼ਾਦੀ ਦੇ ਹੈਵਨ ਦੇ ਵਿੱਚ। ਹੈਵਨ ਮਤਲਬ ਸਵਰਗ ਦੇ ਵਿੱਚ। ਮਾਈ ਫਾਦਰ ਮੀਨਸ ਮਾਈ ਗੋਡ, ਤਾਂ ਉਹ ਗੋਡ ਨੂੰ ਪ੍ਰੇ ਕਰ ਰਿਹਾ ਹੈ। ਮਾਈ ਗੋਡ ਲੈਟ ਮਾਈ ਕੰਟਰੀ ਅਵੇਕ, ਮੇਰੀ ਇਸ ਕੰਟਰੀ ਨੂੰ ਜਗਾਓ, ਅਵੇਕ ਕਰੋ, ਕਿ ਲੋਕੀ
ਐਜੂਕੇਟਡ ਹੋਣ, ਲੌਜੀਕਲ ਹੋਣ, ਰੈਸ਼ਨਲ ਥਿੰਕਿੰਗ ਵਾਲੇ ਹੋਣ, ਪੜ੍ਹੇ ਲਿਖੇ ਹੋਣ, ਕਿਸੇ ਵੀ ਭੇਦਭਾਵ ਦੇ ਵਿੱਚ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ ਹੋਣ, ਐਂਡ ਦੇ ਆਰ ਆਲਵੇਜ਼ ਡੂਇੰਗ ਪ੍ਰੋਗਰੈਸ ਇਨ ਦੇਅਰ ਲਾਈਫ। ਫਾਈਨ। ਤਾਂ ਨੈਕਸਟ ਅਸੀਂ ਇਹਦੀ ਕਰਾਂਗੇ ਬੇਟਾ ਐਕਸਪਲੇਨੇਸ਼ਨ। ਤਾਂ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ ਬਾਈ ਰਵਿੰਦਰਨਾਥ ਟੈਗੋਰ। ਤਾਂ ਅਗੇਨ ਇੰਟਰੋਡਕਸ਼ਨ ਆਫ ਦ ਪੋਇਟ ਤੁਸੀਂ ਇਹ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ, ਕਰ ਲੈਂਦੀ ਹਾਂ ਬੇਟਾ। ਤਾਂ ਪੋਇਮ ਜ਼ਰੂਰ ਲਿਖਣੀ ਹੈ। ਦਿਸ ਇਜ਼ ਦ 35th ਪੋਇਮ ਆਫ ਗੀਤਾਂਜਲੀ। ਤਾਂ ਟੈਗੋਰਸ ਪੋਇਮ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ। ਤਾਂ ਇਹ ਕਿਸ ਚੀਜ਼ ਬਾਰੇ ਹੈ ਉਹ ਤੁਹਾਨੂੰ ਮੈਂ ਦੱਸ ਚੁੱਕੀ ਹਾਂ। ਇਟਸ ਅ ਪ੍ਰੇਅਰ ਇਨ ਦ ਫਾਰਮ ਆਫ ਪ੍ਰੇਅਰ ਐਡਰੈਸ ਟੂ ਅ ਫਾਦਰ ਫਿਗਰ ਗੋਡ, ਪ੍ਰਜ਼ਿਊਮਬਲੀ ਗੋਡ, ਪਰਮਾਤਮਾ ਨੂੰ ਪ੍ਰੇ ਕਰ ਰਿਹਾ ਹੈ ਫॉर ਅਵੇਕਨਿੰਗ ਹਿਜ਼ ਕੰਟਰੀਮੈਨ ਇਨਟੂ ਅ ਹੈਵਨ ਆਫ ਫਰੀडम। ਕਿੱਥੇ ਅਵੇਕ ਕਰਨਾ ਹੈ? ਮਤਲਬ ਉਹਨੂੰ ਆਜ਼ਾਦੀ ਦੇਣ, ਹੈਵਨ ਆਫ ਫਰੀडम ਵੇ ਦ ਮਾਈਂਡ ਵਿਲ ਬੀ ਫੀਅਰਲੈਸ ਐਂਡ ਦ ਹੈਡ ਹੈਲਡ ਹਾਈ। ਉਹਨਾਂ ਦੇ ਸਿਰ ਹਮੇਸ਼ਾ ਚੁੱਕੇ ਰਹਿਣ। ਵੇਅਰ ਮੈਨ ਵਿਲ ਗੈਟ ਫਰੀडम ਆਫ ਨੌਲੇਜ, ਵੇਅਰ ਆਲ ਵਰਡਸ ਕਮ ਆਊਟ ਫਰੋਮ ਦ ਵੈਲ ਆਫ ਟਰੁੱਥ। ਮਤਲਬ ਕਿੱਥੋਂ ਆਵੇ? ਹਮੇਸ਼ਾ ਸੱਚਾਈ ਦੇ ਮੂੰਹ ਨਿਕਲੇ ਉਹਨਾਂ ਦੇ ਮੂੰਹ ਦੇ ਵਿੱਚੋਂ। ਵੇਅਰ ਸੁਪਰਸਟੀਸ਼ਨ ਮਤਲਬ ਜਿਹੜੇ ਅੰਧ ਵਿਸ਼ਵਾਸ ਹੈਗੇ ਆ ਉਹ ਖਤਮ ਹੋ ਜਾਣ। ਐਂਡ ਓਲਡ ਡੈਡ ਹੈਬਿਟ ਸ਼ੈਲ ਨੋਟ ਇੰਪੀਡ ਦ ਟਰਾਂਸਪੇਰੈਂਟ ਫਲੋ ਆਫ ਥੋਟ। ਮਤਲਬ ਜਿਹੜੀ ਉਹਨਾਂ ਦੀ ਸੋਚ ਹੈ ਬੜੀ ਪਾਰਦਰਸ਼ੀ ਹੋਵੇ, ਕਦੀ ਵੀ ਉਹਨਾਂ ਦੀ ਸੋਚ ਦੇ ਵਿੱਚ ਕੋਈ ਵਹਿਮ ਭਰਮ ਨਾ ਹੋਵੇ। ਵੇਅਰ ਨੈਰੋ ਇੰਟਰਸਟ ਸ਼ੈਲ ਨੋ ਲੋਂਗਰ ਸੈਪਰੇਟ ਨੇਸ਼ਨਸ ਔਰ ਕਮਿਊਨਿਟੀਜ਼ ਆਫ ਪੀਪਲ। ਮਤਲਬ ਉਹਨਾਂ ਦੀ ਛੋਟੀ ਸੋਚ ਲੋਕਾਂ ਨੂੰ, ਕਮਿਊਨਿਟੀ ਨੂੰ ਕਿਸੇ ਵੀ ਬੇਸ 'ਤੇ ਡਿਫਰੈਂਟ ਨਾ ਕਰਨ। The poet earnestly prays to God to make his countrymen to the realization that they need to live in a free and united country। ਤਾਂ ਉਹਨਾਂ ਨੂੰ ਅਵੇਅਰਨੈਸ ਮਿਲੇ ਕਿ ਅਸੀਂ ਇੱਕ ਫ੍ਰੀ ਕੰਟਰੀ ਦੇ ਵਿੱਚ ਰਹਿਣਾ ਹੈ, ਯੂਨਾਈਟਿਡ ਕੰਟਰੀ ਦੇ ਵਿੱਚ ਰਹਿਣਾ ਹੈ। He wants his countrymen to enjoy being citizens of free nation। तो एक फ्री नेशन ਦੇ ਪਾਰਟ ਬਣਨ। The next they ਕੈਨ ਲੀਡ ਦੇਅਰ ਲਾਈਫਸ ਵਿਦ ਔਨਰ। ਅਤੇ ਉਹ ਆਪਣੀ ਜ਼ਿੰਦਗੀ ਨੂੰ ਪੂਰੇ ਮਾਣ ਨਾਲ ਬਤੀਤ ਕਰਨ। ਤਾਂ ਨੈਕਸਟ ਇਹ ਕੁਛ ਲਾਈਨਸ ਫਰੋਮ ਦਾ ਪੋਇਮ ਜਿਹੜੀਆਂ ਤੁਹਾਨੂੰ ਮੈਂ ਕਿਹਾ ਸੈਂਟਰ 'ਚ ਲਿਖਣੀ ਹੈ ਬਿਲਕੁਲ। ਤਾਂ ਇਸ ਤਰੀਕੇ ਨਾਲ ਮੈਂਸ਼ਨ ਕਰਨੀ ਹੈ ਬੇਟਾ, ਲਾਈਨਸ ਬਾਕਸ ਨਹੀਂ ਬਣਾਉਣਾ, ਬਸ ਲਾਈਨ ਸੈਂਟਰ 'ਚ ਹੋਣੀ ਚਾਹੀਦੀ ਹੈ। ਇਹ ਫਰੋਮ ਦਾ ਪੋਇਮ ਤੁਸੀਂ ਮੈਂਸ਼ਨ ਕਰਨੀ ਹੈ, ਕੋਈ ਵੀ 4-5 ਅੱਛੀਆਂ ਜਿਹੀਆਂ ਲਾਈਨਸ। 2 ਯਾਦ ਕਰਨੀਆਂ, 2 ਕਰ ਲਓ। ਇਟ ਗਿਵਸ ਵੈਰੀ ਗੁੱਡ ਇੰਪ੍ਰੈਸ਼ਨ ਔਨ ਦਾ ਪੇਪਰ ਚੈਕਰ। ਬਹੁਤ ਅੱਛੇ ਮਾਰਕਸ ਆ ਸਕਦੇ ਆ, ਮੋਰ ਦੈਨ 90%। ਕਲੀਅਰ। In these lines, the poet dreams of world in which his countrymen would enjoy freedom। कि ਉਹਦੇ countrymen ਕਿਵੇਂ enjoy ਕਰਨ freedom। They should give up outdated custom। ਜਿਹੜੇ ਪੁਰਾਣੇ customs ਹੈ ਉਹਨਾਂ ਨੂੰ ਛੱਡਣ। They should follow reason। reason ਮਤਲਬ ਤਰਕ ਦੇ ਬੇਸ 'ਤੇ ਚੱਲਣ। Like a stream of clean water। ਜਿਵੇਂ ਕਿ ਸਾਫ਼ ਪਾਣੀ ਦੀ ਨਦੀ ਵਗਦੀ ਹੈ, ਉਵੇਂ ਉਹਨਾਂ ਦਾ ਦਿਮਾਗ, ਉਹਨਾਂ ਦੀ ਸੋਚ ਸਾਫ਼ ਹੋਵੇ। He wants the people to be honest and hard working। ਲੋਕ ਕਿਵੇਂ ਹੋਣ? ਇਮਾਨਦਾਰ ਹੋਣ ਅਤੇ ਮਿਹਨਤੀ ਹੋਣ। Only then the nation can hope be of achieving success। ਅਤੇ ਤਾਂ ਹੀ ਕੋਈ ਨੇਸ਼ਨ ਸਕਸੈਸ ਗੈਟ ਕਰ ਸਕਦਾ ਹੈ, ਸਫਲਤਾ ਪ੍ਰਾਪਤ ਕਰ ਸਕਦਾ ਹੈ। People must accept new thoughts। ਨਵੀਂ ਸੋਚ ਨੂੰ ਐਕਸੈਪਟ ਕਰਨ, ਇਨਵਾਈਟ ਕਰਨ, ਐਂਡ ਆਈਡੀਆਜ਼ ਐਂਡ ਵਰਕ ਅਪੋਨ ਦੈਮ। ਅਤੇ ਉਹਨਾਂ 'ਤੇ ਕੰਮ ਕਰਨ। At the end, the poet wants ਕੀ ਚਾਹੁੰਦਾ ਹੈ? Into that heaven of freedom, my father let my country awake। ਤਾਂ ਇਹ ਅਰਦਾਸ ਕਰ ਰਿਹਾ ਹੈ ਕਿ ਉਸ ਹੈਵਨ ਦੇ ਵਿੱਚ, ਹੈਵਨ ਕਿਹੜਾ? ਸਵਰਗ ਕਿਹੜਾ? ਫਰੀडम ਦਾ, ਮੇਰੀ ਕੰਟਰੀ ਨੂੰ ਜਗਾ। In these lines, the poet prays to God to guide the minds of his countrymen। ਤਾਂ ਉਹਦੇ ਆਪਣੀ ਕੰਟਰੀਮੈਨ ਲਈ ਕਹਿ ਰਿਹਾ, ਜੋ ਵੀ ਕਹਿ ਰਿਹਾ। He prays that his country should become a place of perfect freedom। ਤਾਂ ਇੱਕ ਫਰੀडम ਪੂਰੀ ਤਰ੍ਹਾਂ ਆਜ਼ਾਦ ਹੋਵੇ। ਸੱਚ ਫਰੀडम ਇਜ਼ ਲਾਈਕ ਅ ਹੈਵਨ। ਤਾਂ ਉਹ ਫਰੀडम ਕਿਵੇਂ ਹੋਏਗੀ? ਇੱਕ ਸਵਰਗ ਦੀ ਤਰ੍ਹਾਂ, ਜੋ ਕਿ ਧਰਤੀ 'ਤੇ ਹੀ ਹੋਏਗਾ। ਦਸ ਦ ਪੋਇਮ ਇਜ਼ ਇਨ ਦ ਫਾਰਮ ਆਫ ਪ੍ਰੇਅਰ ਬਾਈ ਦ ਪੋਇਟ ਫॉर ਹਿਜ਼ ਕੰਟਰੀਮੈਨ। ਕਲੀਅਰ ਹੈ ਬੇਟਾ। ਤਾਂ ਵੈਰੀ ਇੰਪੋਰਟੈਂਟ ਪੋਇਮ, ਵਰਡ ਟੂ ਵਰਡ ਬਹੁਤ ਧਿਆਨ ਨਾਲ ਕਰਨਾ ਹੈ। ਛੋਟੀ ਜਿਹੀ ਹੈ, ਈਜ਼ੀ ਹੈ। ਥੈਂਕ ਯੂ, ਆਲ ਦੀ ਬੈਸਟ, ਗॉड ब्लेस यू, प्रिपेयर वेल, प्लीज़ मोटिवेट करते रहो, लाइक शेयर एंड कमेंट। थैंक यू बेटा।